ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਮੈਂ ਕਵਿਤਾ ਸਿੰਘ ਹਾਜ਼ਰ ਤੇ ਨਾਲ ਹੀ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ, ਸੈਟਲਿੰਗ ਅਬਰਾਡ ਸਬ ਸਿਸਟਮ ਮਿਸਟਰ ਗੌਰਵ ਤਲਵਾੜ। ਹੈਲੋ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦੇਸ਼ ਪਰਦੇਸ ਲਾਈਵ ਦਾ ਇਹ ਮੰਚ ਜੀ ਤੁਹਾਡੇ ਸਾਰਿਆਂ ਵਾਸਤੇ ਕਾਲ ਕਰ ਸਕਦੇ ਹੋ। ਕਾਲਸ ਆਉਣੀਆਂ ਸ਼ੁਰੂ ਵੀ ਹੋ ਚੁੱਕੀਆਂ ਨੇ, ਬਟ ਨਾਲ ਦੇ ਨਾਲ ਜੀ ਤੁਹਾਨੂੰ ਦੱਸ ਦਈਏ ਕਿ ਸਾਡੇ YouTube ਚੈਨਲ ਦੇ ਉੱਪਰ ਵੀ ਤੁਸੀਂ ਆਪਣੀਆਂ ਪ੍ਰੋਫਾਈਲਸ ਡਿਸਕਸ ਕਰਦੇ ਰਹਿਣਾ ਹੈਗਾ। ਸੋ ਅੱਧਾ ਪੌਣਾ ਘੰਟਾ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਤੇ ਸੈਟਲਿੰਗ ਅਬਰਾਡ ਸਬਸਿਸ ਜੋ ਕਿ ਕਾਫੀ ਟਾਈਮ ਹੋ ਗਿਆ ਜੀ ਇਹਨਾਂ ਨੂੰ ਇਸ ਇੰਡਸਟਰੀ ਦੇ ਵਿੱਚ। ਐਂਡ ਗੌਰਵ ਨੂੰ ਆਈ ਐਮ ਸ਼ੋਰ ਕਿ ਵੀ ਹੁਣ ਤਾਂ ਕਿਸੇ ਵੀ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਕਿ ਹਾਂਜੀ ਗੌਰਵ ਕਿਹੜੀ ਕੰਟਰੀ ਦੇ ਵਿੱਚ ਡੀਲ ਕਰਦੇ ਨੇ। ਸਟੱਡੀ ਵੀਜ਼ਾ ਦੀ ਗੱਲ ਕਰ ਲਈਏ, PR ਦੀ ਗੱਲ ਕਰੀਏ, ਹੋਰ ਤੁਹਾਡੇ ਵਾਸਤੇ ਕਈ ਕੈਟੇਗਰੀਜ਼ ਹੈਗੀਆਂ ਨੇ, ਬਟ ਅਸੀਂ ਹਮੇਸ਼ਾ ਫੋਕਸ ਕਰਦੇ ਹਾਂ ਜੀ ਕਿ ਜਿਹੜੇ ਸਾਡੇ ਵਿਦਿਆਰਥੀ ਨੇ ਉਹ ਕਿਸ ਤਰ੍ਹਾਂ ਜੈਨੂਅਨ ਤਰੀਕੇ ਦੇ ਨਾਲ ਵਿਦੇਸ਼ਾਂ ਤੱਕ ਆਪਣਾ ਜਿਹੜਾ ਸਫ਼ਰ ਹੈ ਉਹਨੂੰ ਪੂਰਾ ਕਰ ਸਕਦੇ ਨੇ, ਕਿ ਸਹੀ ਰਸਤਾ ਜਿਹੜਾ ਹੈਗਾ ਤੁਹਾਡੇ ਵਾਸਤੇ, ਸਹੀ ਗਾਈਡੈਂਸ ਕੀ ਰਹਿੰਦੀ ਹੈ। ਸੋ ਅੱਜ ਵੀ ਪ੍ਰੋਫਾਈਲ ਡਿਸਕਸ ਕਰਨ ਦਾ ਮੌਕਾ ਤੁਹਾਨੂੰ ਅਸੀਂ ਇਸ ਮੰਚ ਦੇ ਉੱਤੇ ਦੇਵਾਂਗੇ ਜੀ। ਜਿੱਥੇ ਤਾਂ ਮੈਂ UK ਸਟੱਡੀ ਵੀਜ਼ਾ ਦੀ ਵੀ ਗੱਲ ਕਰਾਂਗੀ, ਕਿਉਂਕਿ ਇਹ ਵੀ ਅੱਜ ਦੀ ਆਪਸ਼ਨ ਇੱਕ ਬਣ ਗਿਆ ਸਟੂਡੈਂਟਸ ਦੇ ਵਾਸਤੇ ਜਿਹੜੇ ਕਿ ਵਿਦਆਊਟ ਆਇਲਸ ਮੇਰੇ ਖਿਆਲ ਦੇ ਵਿੱਚ ਦੇਖ ਰਹੇ ਨੇ ਕਿਤੇ ਨਾ ਕਿਤੇ। देखो UK जो है क्योंकि ना अगर थोड़े ओवरऑल 6 है 2 भी 5.5 है जी ਔਰ ਤੁਸੀਂ ਕਰੈਕ ਨਹੀਂ ਕਰ ਪਾ ਰਹੇ ਆਇਲਸ ਤਾਂ ਤੁਹਾਡੇ ਲਈ UK ਇੱਕ ਵਧੀਆ ਆਪਸ਼ਨ ਹੈ। ਉਸ ਤੋਂ ਬਾਅਦ ਖਾਸ ਕਰ ਸਪਾਊਸ ਕੇਸਿਸ ਲਈ ਅਗਰ ਤੁਸੀਂ ਇਕੱਠੇ ਜਾਣਾ ਹੈ, ਕਿਉਂਕਿ ਜਿਸ ਤਰ੍ਹਾਂ ਦੇ ਇਹ ਹਾਲਾਤ ਇਸ ਸਮੇਂ ਜਾਂ ਰਿਜ਼ਲਟਸ ਇਸ ਸਮੇਂ ਆ ਰਹੇ ਹੈ ਕਿ ਬਹੁਤ ਸਾਰੇ ਸਪਾਊਸ ਕੇਸਿਸ ਅਗਰ ਕੈਨੇਡਾ ਵਿੱਚ ਵੀਜ਼ਾ ਲੱਗਦਾ ਹੈ, ਪਹਿਲੇ ਇੱਕ ਸਪਾਊਸ ਚਲਾ ਜਾਂਦਾ ਹੈ ਤੇ ਦੂਜਾ ਐਟ ਐਨੀ ਸਰਕਮਸਟੈਂਸਿਸ ਕੱਲ੍ਹ ਨੂੰ ਉੱਥੇ ਨਹੀਂ ਪਹੁੰਚ ਪਾਉਂਦਾ, ਜਾਂ ਉਹਨਾਂ ਦੇ ਵਿੱਚ ਅਗਰ ਸ਼ਾਦੀ ਦਾ ਜੋ ਬੇਸ ਹੈ ਉਹ ਸਿਰਫ ਔਰ ਸਿਰਫ ਸਟੱਡੀ ਅਬਰਾਡ ਹੈ ਤਾਂ ਫਿਰ ਉਹ ਜੋ ਦੂਜਾ ਪਾर्टनर है ਉੱਥੇ ਨਹੀਂ ਜੁਆਇਨ ਕਰ ਪਾਉਂਦਾ। ਤੇ ਇਹ ਜੇ ਬੜੇ ਸਾਰੇ ਕੇਸ ਹੈ ਜੋ ਨਿਕਲ ਕੇ ਸਾਹਮਣੇ ਆ ਰਹੇ ਹੈ, ਤਾਂ ਇਸ ਲਈ ਇਹ ਵੀ ਇੱਕ ਚੁਆਇਸ ਹੈ। ਸੈਕਿੰਡ ਚੀਜ਼ UK ਨੇ ਜੋ ਪਾਲਿਸੀਜ਼ ਹੈ, ਚਾਹੇ PSW ਦੀ ਹੈ, ਚਾਹੇ ਪਾਲਿਸੀਜ਼ ਪਰ ਮੰਥ ਫੀਸ ਭਰਨ ਦੀ ਹੈ, ਚਾਹੇ ਕੱਲ ਨੂੰ ਸੈਟਲਮੈਂਟ ਆਪਸ਼ਨਸ ਹੈ, ਉਹ ਬੜੀ ਸਟਰੋਂਗ ਦਿੱਤੀਆਂ ਬੱਚੇ ਨੂੰ। ਇਸ ਵਾਰ ਜੋ ਸਾਡੇ ਬੱਚੇ ਗਏ ਪਿਛਲੇ 2 ਵਾਰ ਦੀ ਬਜਾਏ, ਉਹ ਬੱਚੇ ਰਿਫਾਈਨਡ ਗਏ। ਬੱਚੇ ਵਧੀਆ ਉੱਥੇ ਸੈਟਲ ਹੋਏ, ਬੱਚੇ ਉੱਥੇ ਪਲੱਸ ਬਹੁਤ ਜਲਦੀ ਪੁਆਇੰਟ ਬੇਸਡ PR ਸਿਸਟਮ ਵੀ ਲੈ ਕੇ ਆ ਰਹੇ ਨੇ ਉਹਨਾਂ ਲਈ, ਜੋ ਬੱਚੇ ਉੱਥੇ ਪੜ੍ਹਾਈ ਪੂਰੀ ਕਰਨਗੇ। ਦੂਜੀ ਚੀਜ਼ ਸਕਿਲਡ ਵਰਕਰ ਲਈ ਤਾਂ ਨੋ ਡਾਊਟ ਦੁਨੀਆ ਦੇ ਹਰ ਕੋਨੇ ਵਿੱਚ ਬਹੁਤ ਆਪਸ਼ਨਸ ਨੇ, ਤਾਂ ਸਕਿਲਡ ਵਰਕਰ ਦੀ ਤਾਂ ਬਹੁਤ ਘਾਟ ਹੈ। ਜਿੱਥੇ ਇੱਕ ਮੈਨੇਜਰ ਨੂੰ ਤਨਖਾਹ ਘੱਟ ਹੈ, ਉੱਥੇ ਇੱਕ ਪਲੰਬਰ ਨੂੰ ਤਨਖਾਹ ਬਹੁਤ ਜ਼ਿਆਦਾ ਹੈ ਜੀ। ਤਾਂ ਸਕਿਲਡ ਵਰਕਰਸ ਆਲਵੇਜ਼ ਡਿਮਾਂਡ ਵਿੱਚ ਹੈਗੇ ਹੀ ਨੇ ਜੀ। ਸੋ ਸਕਿਲਡ ਵਰਕਰ ਯਾਨੀ ਕਿ ਅਸੀਂ UK ਦੀ ਫਿਲਹਾਲ ਗੱਲ ਕਰ ਰਹੇ ਹਾਂ। ਸੋ UK ਨੂੰ ਲੈ ਕੇ ਕੋਈ ਸਵਾਲ ਹੈ ਡਿਸਕਸ ਕਰ ਲਿਓ ਜੀ। ਤੇ ਸਾਡੇ ਫਰਸਟ ਕਾਲਰ ਇਸ ਵੇਲੇ ਸਾਡੇ ਨਾਲ। ਹੈਲੋ ਹੈਲੋ ਜਦੋਂ ਕਾਲ ਕਰਨੀ ਹੈ ਨਾ ਤੇ ਆਪਣੇ ਫੋਨ ਦੀ, ਆਪਣੇ TV ਦੀ ਆਵਾਜ਼ ਨੂੰ ਹੌਲੀ ਰੱਖਣਾ ਹੈ। ਤੇ ਸੈਟਲਿੰਗ ਅਬਰਾਡ ਸਬਸਿਸ ਤੋਂ ਮਿਸਟਰ ਗੌਰਵ ਤਲਵਾਰ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਨੇ ਜੀ ਸਾਡੇ ਨਾਲ। UK ਦੀ ਮੈਂ ਇੱਕ ਵਾਰ ਫਿਰ ਤੋਂ ਗੱਲ ਕਰਾਂਗੀ, ਬਟ ਫਿਲਹਾਲ ਮੈਂ ਕੈਨੇਡਾ ਦੀ ਗੱਲ ਕਰ ਲੈਂਦੀ ਹਾਂ, ਕਿਉਂਕਿ ਕੈਨੇਡਾ ਦਾ ਹਮੇਸ਼ਾ ਸਾਡੇ ਸਟੂਡੈਂਟਸ ਨੂੰ ਹਮੇਸ਼ਾ ਕ੍ਰੇਜ਼ ਰਿਹਾ ਤੇ ਮੋਸਟਲੀ ਉਹ ਕੈਨੇਡਾ ਹੀ ਅੱਜ ਵੀ ਭਾਲਦੇ ਨੇ। ਭਾਵੇਂ ਸਾਡੇ ਰਿਜ਼ਲਟਸ ਲੇਟ ਹੋ ਰਹੇ ਨੇ, ਭਾਵੇਂ ਸਾਡੇ ਰਿਜ਼ਲਟਸ ਨੈਗੇਟਿਵ ਆ ਰਹੇ ਨੇ, ਬਟ ਫਿਰ ਵੀ ਕੈਨੇਡਾ ਨੂੰ ਅਸੀਂ ਪ੍ਰੈਫਰੈਂਸ ਦਿੰਦੇ। ਦੇਖੋ ਹੁਣ ਤੁਸੀਂ ਕੈਨੇਡਾ ਅਗਰ ਜਾਣਾ ਹੈ ਤਾਂ ਪੁਰਾਣੀ ਚੀਜ਼ਾਂ ਸੋਚ ਕੇ ਨਹੀਂ ਜਾਣਾ। ਪਹਿਲੇ ਕੀ ਸੀ ਤੁਸੀਂ ਕੈਨੇਡਾ ਚਲੇ ਜਾਓ ਕਿਸੇ ਵੀ ਕੋਰਸ ਤੇ, ਉਸ ਤੋਂ ਬਾਅਦ ਕੋਈ ਵੀ ਕੋਰਸ ਲੈ ਲਓ, ਉਸ ਤੋਂ ਬਾਅਦ ਕਲਾਸਿਸ ਲਾਓ ਚਾਹੇ ਨਾ ਲਾਓ, ਪਾਸ ਹੋ ਜਾਂਦੇ ਸੀ, PR ਮਿਲ ਜਾਂਦੀ ਸੀ। ਹੁਣ ਕੈਨੇਡਾ ਨੇ ਪਹਿਲੀ ਗੱਲ ਤਾਂ ਕੈਨੇਡਾ ਆਪਣੇ ਵਨ ਆਫ ਦਾ ਬੈਸਟ ਪਿਛਲੇ 2.5 ਸਾਲ ਤੋਂ ਆਪਣੇ ਸਭ ਤੋਂ ਬੈਸਟ ਰਿਜ਼ਲਟਸ ਤੋਂ ਨਿਕਲ ਰਿਹਾ। ਜਦੋਂ ਤੋਂ ਕੋਵਿਡ ਸ਼ੁਰੂ ਹੋਇਆ ਔਰ ਅੱਜ ਤੱਕ ਇਹ ਜੋ ਸੈਸ਼ਨ ਹੈ ਉਹ ਸਭ ਤੋਂ ਬੈਸਟ ਰਿਜ਼ਲਟਸ ਹੈ ਕੈਨੇਡਾ ਦੇ। ਸਭ ਤੋਂ ਜ਼ਿਆਦਾ ਵੀਜ਼ਾਸ ਆ ਰਹੇ ਹੈ ਬਿਲਕੁਲ, ਜੋ ਸੈਪਟੈਂਬਰ ਔਰ ਜਨਵਰੀ ਜਿਹਦੇ 'ਚ ਵੀਜ਼ਾ ਆ ਰਹੇ। ਪੈਕੇਜ ਕਰਦੇ ਸੀ ਵਿੱਚ ਪੈਕੇਜ ਬੰਦ ਕੀਤਾ, ਕਿਉਂਕਿ ਪੈਕੇਜ ਜੋ ਪਹਿਲੇ ਕਰ ਰਹੇ ਸੀ ਉਹ ਨਹੀਂ ਕਾਮਯਾਬ ਹੋ ਰਿਹਾ ਸੀ, ਕਿਉਂਕਿ ਅੰਬੈਸੀਜ਼ ਨੇ ਚੀਜ਼ਾਂ ਹੀ ਚੇਂਜ ਕਰਤੀਆਂ। ਹੁਣ ਨਵਾਂ ਪੈਕੇਜ ਲੈ ਕੇ ਆਏ ਆ ਬੱਚੇ ਲਈ, ਜਿਹਦੇ ਵਿੱਚ ਬੱਚੇ ਨੂੰ ਪੈਕੇਜ ਦੇ ਵਿੱਚ 1 ਸਾਲ ਦੀ ਜੋ ਹੈ ਉਹ ਫੀਸ ਦਾਂਗੇ, ਸਰਕਾਰੀ ਕਾਲਜ ਦਾਂਗੇ। ਆਇਲਸ ਅਗਰ ਬੱਚੇ ਨੇ ਨਹੀਂ ਕੀਤੀ, ਬਹੁਤ ਸਾਰੇ ਐਸੇ ਬੱਚੇ ਨੇ ਜਿਹਦੇ 6 ਨੇ, 2 ਵੀ 5.5 ਹੈ, ਓਵਰਆਲ 5.5 ਹੈ, 5 ਹੈ, ਉਹਨਾਂ ਨੂੰ ਆਇਲਸ ਵੀ ਕਰਾਵਾਂਗੇ ਇਨ ਦਿਸ ਪੈਕੇਜ। ਨਾ ਤਾਂ ਉਹਨਾਂ ਨੇ ਕੋਈ ਆਇਲਸ ਦੀ ਫੀਸ ਪੇ ਕਰਨੀ ਹੈ, ਨਾ ਹੀ ਉਹਨਾਂ ਨੇ ਕੋਈ ਕੋਚਿੰਗ ਦੀ ਫੀਸ ਪੇ ਕਰਨੀ ਹੈ, ਨਾ ਹੀ ਉਹਨਾਂ ਨੇ ਕਾਲਜ ਦੀ ਫੀਸ ਪੇ ਕਰਨੀ ਹੈ, ਨਾ ਹੀ ਐਮਬੈਸੀ ਫੀਸ।
ਸਾਰੇ ਪੈਸੇ ਦੇਣੇ ਉਹਨਾਂ ਨੇ ਵੀਜ਼ਾ ਤੋਂ ਬਾਅਦ। ਠੀਕ ਹੈ। ਬਟ ਇਟ ਵਿਲ ਟੇਕ 4 ਮੰਥਸ, ਕਿਉਂਕਿ ਮਹੀਨਾ ਡੇਢ ਮਹੀਨਾ ਆਇਲਸ ਕਰਦੇ ਲੱਗੇਗਾ ਬੱਚੇ ਨੂੰ। ਸੈਸ਼ਨ ਜੋ ਹੈ ਉਹ ਜਨਵਰੀ ਜਾਂ ਸਤੰਬਰ, ਕਿਉਂਕਿ ਜਨਵਰੀ ਲਈ ਅਗਰ ਤੁਸੀਂ ਪੈਕੇਜ ਲੈਣਾ ਹੈ ਤਾਂ ਦਿਸ ਇਜ਼ ਦਾ ਲਾਸਟ ਮੰਥ ਜਿਹੜਾ ਹੁਣ। ਠੀਕ ਹੈ। ਹਾਂ, ਇਸ ਤੋਂ 5-7-10 ਦਿਨ ਬਾਅਦ ਅਸੀਂ ਜਨਵਰੀ ਲਈ ਪੈਕੇਜ ਨਹੀਂ ਦੇ ਪਾਵਾਂਗੇ। ਰਾਈਟ। ਉਸ ਤੋਂ ਬਾਅਦ ਅਸੀਂ ਤੁਹਾਨੂੰ ਮਈ ਲਈ ਜੋ ਹੈ ਉਹ ਐਨਰੋਲ ਕਰਾਂਗੇ ਜੀ। ਤਾਂ ਇਸ ਲਈ ਅਗਰ ਤੁਸੀਂ ਹੁਣ ਪੈਕੇਜ ਲੈਣਾ ਚਾਹੁੰਦੇ ਹੋ ਤਾਂ ਪੈਕੇਜ ਦੀ ਜੋ ਮਾਪਦੰਡ ਨੇ ਉਹ ਚੇਂਜ ਹੋ ਚੁੱਕੇ ਨੇ ਪਹਿਲੇ। ਅੱਛਾ, ਇਹ ਸਿਰਫ ਕੈਨੇਡਾ ਦੇ ਵਾਸਤੇ ਤੁਸੀਂ ਆਪਸ਼ਨ ਦਿੰਦੇ ਹੋ? ਨਹੀਂ, ਅਸੀਂ ਯੂਕੇ ਵੀ ਦਿੰਦੇ ਹਾਂ। ਠੀਕ ਹੈ। ਅਸੀਂ ਆਸਟ੍ਰੇਲੀਆ ਡਿਪੈਂਡ ਵੀ। ਕਰੇਗਾ ਸਟੂਡੈਂਟ ਦੇ ਉੱਤੇ ਵੀ ਕਿਹੜੀ ਕੰਟਰੀ ਉਹਨੇ ਜਾਣਾ ਹੈ। ਬਿਲਕੁਲ। ਅਦਰਵਾਈਜ਼ ਸਾਡੇ ਵੱਲੋਂ ਕੋਈ ਇਦਾਂ ਦੀ ਐਸਾ ਉਹ ਨਹੀਂ ਹੈ। ਸਾਡੇ ਵੱਲੋਂ ਇਹ ਨਹੀਂ ਹੈ ਕਿ ਤੁਸੀਂ ਕੈਨੇਡਾ ਹੈ ਤਾਂ ਹੈ, ਜਾਂ ਅਗਰ ਤੁਸੀਂ ਤੁਹਾਡੇ ਪਹਿਲੇ ਹੀ 6 ਬੈਂਡ ਹੈ ਈਚ ਤਾਂ ਤੁਹਾਨੂੰ ਪੈਕੇਜ ਦਾਂਗੇ। ਠੀਕ ਹੈ। ਜਾਂ 6 ਹੈ, 21 5.5 ਹੈ ਤਾਂ ਪੈਕੇਜ ਦਾਂਗੇ। ਠੀਕ ਹੈ। ਤੁਸੀਂ ਅਗਰ ਆਇਲਸ ਨਹੀਂ ਵੀ ਕਰੈਕ ਕਰ ਪਾ ਰਹੇ ਹਾਂਜੀ। ਤਾਂ ਵੀ ਤੁਸੀਂ ਸਾਡੇ ਤੋਂ ਪੈਕੇਜ ਲੈ ਸਕਦੇ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਲਾਈਵ। ਹਾਂਜੀ ਹਾਂਜੀ, ਲਾਈਵ ਚੱਲ ਰਿਹਾ ਹੈ। ਦਿਗਾਰ ਸਿੰਘ ਬੋਲ ਰਿਹਾ ਜੀ। ਮੈਡਮ ਆਫਰ ਲੈਟਰ ਨਹੀਂ ਆ ਰਿਹਾ, 50 ਡੇਜ਼ ਹੋ ਗਏ ਯੂਕੇ ਦਾ। 50 days 50 ਰਾਈਟ? ਜੀ ਹਾਂਜੀ। ਕਿਹੜੀ ਯੂਨੀਵਰਸਿਟੀ ਲਈ ਅਪਲਾਈ ਕੀਤਾ ਹੈ? ਕਿੰਗਸਟਨ ਯੂਨੀਵਰਸਿਟੀ ਲੰਡਨ। ਕਿਹੜੇ ਇਨਟੇਕ ਲਈ? ਇਹ ਜਨਵਰੀ ਇੰਟੇਕ। ਦੇਖੋ, ਮੈਨੂੰ ਨਹੀਂ ਪਤਾ ਕਿ ਤੁਸੀਂ ਜਿਨ੍ਹਾਂ ਥਰੂ ਅਪਲਾਈ ਕੀਤਾ ਹੈ ਉਹਨਾਂ ਦੇ ਟਾਈਪਸ ਹੈ ਡਾਇਰੈਕਟ ਜਾਂ ਨਹੀਂ ਹੈ, ਬਟ ਆਫਰ ਲੈਟਰਸ ਜੋ ਯੂਕੇ ਦੇ ਨੇ ਫॉर ਜਨ ਇਨਟੇਕ ਹੁਣ ਰਿਲੀਜ਼ ਹੋਣੇ ਸ਼ੁਰੂ ਹੋਏ। ਠੀਕ ਹੈ। ਹੋ ਸਕਦਾ ਮੇਰਾ ਵੀ ਕੋਈ ਕੇਸ ਹੋਵੇ। ਠੀਕ ਹੈ। ਕਿਉਂਕਿ ਅਗਰ ਉਹਨੇ ਅੱਜ ਤੋਂ 30-40 ਦਿਨ ਪਹਿਲੇ ਲਾਤਾ ਹੋਵੇ ਤਾਂ ਜੋ ਆਫਰਸ ਹੈ ਉਹ ਹੁਣ ਆ ਰਹੇ ਹੈ। ਓਕੇ, ਠੀਕ ਹੈ। ਤਾਂ ਦੂਜੀ ਚੀਜ਼, ਬਟ ਇਹਦੇ ਲਈ ਤੁਹਾਡੇ ਕੰਸਲਟੈਂਟ ਦਾ ਡਾਇਰੈਕਟ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇਸ ਸਮੇਂ ਮੈਂ ਜੋ ਤੁਹਾਨੂੰ ਕੈਨੇਡਾ ਦਾ ਰੂਲ ਚੇਂਜ ਦੱਸ ਰਿਹਾ ਸੀ ਕਿ ਪਹਿਲੇ ਕੈਨੇਡਾ ਕੀ ਸੋਚ ਕੇ ਜਾਂਦੇ ਸੀ, ਹੁਣ ਕੀ ਸੋਚ ਕੇ ਜਾਣਾ, ਬਹੁਤ ਬਦਲ ਗਿਆ। ਕੈਨੇਡਾ ਵਿੱਚ ਹੁਣ ਇੱਕ ਹੀ ਕਾਲਜ ਹੈ, ਉਹਦੇ 3 ਕੈਂਪਸ ਹੈ। ਅੱਛਾ। ਹੁਣ ਤੁਸੀਂ ਕਹਿੰਦੇ ਹੋ ਮੈਂ ਜਾਣਾ ਹੀ ਜਨਵਰੀ ਹੈ, ਫਿਰ ਤੁਹਾਨੂੰ ਏਜੰਟ ਕਹਿੰਦਾ ਤੁਸੀਂ ਐਂ ਕਰੋ ਜੀ ਫਲਾਣੇ ਕਾਲਜ ਦਾ ਸੈਂਟ ਕਲੇਅਰ ਦਾ ਫਲਾਣਾ ਕੈਂਪਸ ਲੈ ਲਓ। ਤੁਸੀਂ ਕਹਿੰਦੇ ਹੋ ਸੈਂਟ ਕਲੇਅਰ, ਮਤਲਬ ਮੈਂ ਟੋਰਾਂਟੋ ਜਾਣਾ ਸੀ, ਫਲਾਣਾ ਕੈਂਪਸ ਲੈ ਲੈਣਾ, ਮੁੜ ਕੇ ਇੱਧਰ ਆ ਜਾਵਾਂਗਾ। ਠੀਕ ਹੈ। ਆਉਂਗੇ ਨਹੀਂ ਹੁਣ, ਕਿਉਂਕਿ ਤਿੰਨੋਂ ਹੀ ਕੈਂਪਸ ਦੇ DLI ਚੇਂਜ ਹੈ। ਓਕੇ, ਠੀਕ ਹੈ। ਤਾਂ ਫਿਰ ਤੁਹਾਨੂੰ ਅਗਰ ਸੇਮ DLI ਨਹੀਂ ਹੈ ਤਾਂ ਫਿਰ ਤਾਂ ਤੁਹਾਡੀ ਟ੍ਰਾਂਸਫਰ ਨਹੀਂ ਹੋਏਗੀ। ਪਹਿਲੀ ਗੱਲ। ਓਕੇ। ਦੂਜੀ ਚੀਜ਼, ਬਹੁਤ ਵਾਰੀ ਕੋਰਸਿਸ ਸਿਰਫ ਇੱਕ ਹੀ ਕੈਂਪਸ ਵਿੱਚ ਹੁੰਦੇ ਆ, ਦੂਜੇ ਕੈਂਪਸ ਵਿੱਚ ਉਹ ਕੋਰਸ ਹੀ ਨਹੀਂ ਹੁੰਦਾ। ਫਿਰ ਤੁਹਾਨੂੰ ਆਪਣੇ 1 ਸਾਲ ਦੀ ਜੋ ਫੀਸ ਹੈ ਉਹਨੂੰ ਤਿਆਗਣਾ ਪਏਗਾ। ਅਗਰ DLI ਸੇਮ ਹੈ ਤਾਂ ਫਿਰ ਤੁਹਾਨੂੰ ਫੀਸ ਦੁਬਾਰਾ ਭਰਨੀ ਪਏਗੀ। ਅੱਛਾ, ਇਹ ਵੀ ਹੁਣ ਹੋ ਗਿਆ। ਹਾਂ, ਠੀਕ ਹੈ। ਤਾਂ ਇਸ ਲਈ ਹੁਣ ਜੋ ਕੋਰਸ ਲੈ ਲਿਆ, ਜੋ ਯੂਨੀਵਰਸਿਟੀ ਲੈ ਲਈ, ਤੇ ਉਹੀ ਤੁਹਾਨੂੰ ਪੂਰੀ ਕੰਪਲੀਟ ਕਰਨੀ ਪਏਗੀ। ਪੈਕੇਜ ਵਿੱਚ ਫਰਕ ਦੱਸ ਰਹੇ, ਪੈਕੇਜ 4 ਲੱਖ ਦਾ ਵੀ ਵੇਚਿਆ ਜੀ, ਪੈਕੇਜ 2 ਲੱਖ ਦਾ ਵੀ ਕੀਤਾ। ਅੱਛਾ। ਅੱਜ ਉਹ ਸਭ ਪੈਕੇਜ ਸਿਰਫ ਲੋਟਰੀ ਰਹਿ ਗਏ, ਕਿਉਂਕਿ ਉਸ ਕਾਲਜਸ ਜੋ ਕਾਲਜਸ ਉਹਦੇ ਅੰਡਰ ਦੇ ਰਹੇ ਆ ਉਸ ਕਾਲਜਸ ਵੀਜ਼ਾ ਗਾਰੰਟੀ ਨਹੀਂ ਹੈ। ਇਹ ਜੋ ਪੈਕੇਜ ਕਰ ਰਹੇ ਆ ਇਹਦੇ ਵਿੱਚ ਕੀ ਹੈ, ਵੀਜ਼ਾ ਬਾਈ ਡਿਫਾਲਟ ਹੋਣਾ ਹੈ, ਕਿਉਂਕਿ ਅਸੀਂ ਆਇਲਸ ਤੁਹਾਨੂੰ ਕਰਾਉਣੀ ਹੈ, ਤੁਹਾਨੂੰ 6 ਔਰ 6.5 ਦੇ ਵਿੱਚ ਲੈ ਕੇ ਜਾਣਾ ਹੈ। ਠੀਕ ਹੈ। 1 ਸਾਲ ਦੀ ਗਵਰਨਮੈਂਟ ਕਾਲਜ ਦੀ ਫੀਸ ਪੇ ਕਰਨੀ ਹੈ, GIC ਪੇ ਕਰੋਗੇ। ਤਾਂ SDS ਦੇ ਵਿੱਚ ਬਾਈ ਡਿਫਾਲਟ ਹੀ 98% ਸਕਸੈਸ ਰੇਟ ਹੈ। ਤਾਂ ਉਹ ਤੁਹਾਡਾ ਜੋ ਵੀਜ਼ਾ ਹੈ ਉਹ 98-95% ਆਉਣਾ ਹੀ ਆਉਣਾ, ਕਿਉਂਕਿ SDS ਵਿੱਚ ਅਗਰ ਫਾਈਲ ਲੱਗ ਗਈ ਤਾਂ ਵੀਜ਼ਾ ਆਉਂਦਾ ਹੀ ਆਉਂਦਾ। ਤਾਂ ਇਹ ਚੀਜ਼। ਔਰ ਦੂਜੀ ਚੀਜ਼, ਅਸੀਂ ਜੋ ਤੁਹਾਨੂੰ ਪੈਕੇਜ ਦਾਂਗੇ ਦੈਟ ਇਜ਼ ਪਿਓਰਲੀ ਫਰਮ ਗਵਰਨਮੈਂਟ ਕਾਲਜਸ, ਨੋਟ ਫਰਮ ਕਿਊਬੈਕ, ਨੋਟ ਫਰਮ ਪ੍ਰਾਈਵੇਟ ਕਿ ਹਾਂਜੀ ਫੀਸ ਹੀ ਹੈ, ਪ੍ਰਾਈਵੇਟ ਹੈ ਜੀ, ਫਲਾਨਾ ਲੀਡਿੰਗ ਟੂ ਜਾਓਗੇ ਜੀ, ਪਹਿਲੇ 1 ਸਾਲ ਇੱਥੇ ਪੜੋਗੇ ਜੀ, ਫਿਰ ਇੱਥੇ ਜਾਓਗੇ, ਡਾਇਰੈਕਟ ਗਵਰਨਮੈਂਟ ਕਾਲਜ ਵੀ ਤੁਸੀਂ ਜਾਓਗੇ ਔਰ ਇਹ ਪੈਕੇਜ ਤੁਹਾਨੂੰ ਮਿਲੇਗਾ। ਬਟ ਹਾਂ, ਇਸ ਪੈਕੇਜ ਨੂੰ ਖਰਚੇ ਵਾਈਜ਼ ਯੂ ਕਾਂਟ ਕੰਪੇਅਰ ਫਰਮ ਐਨੀਮਨ। ਓਕੇ। ਕਿਉਂਕਿ 15-16 ਲੱਖ ਤਾਂ ਆਪਣੇ ਖਰਚਾ ਆਊਗਾ, ਕਿਉਂਕਿ ਸਾਲ ਦੀ ਫੀਸ ਆ, ਆਇਲਸ ਵੀ ਪੜੋਗੇ, ਸਾਰਾ ਕੁਝ ਹੈ, ਆਇਲਸ ਵੀ ਕਰਾ ਕੇ ਦਾਂਗੇ। ਤਾਂ ਫਿਰ ਅਗਰ ਹੁਣ ਤੁਸੀਂ ਇਸ ਪੈਕੇਜ ਦੀ ਕੰਪੈਰੀਜ਼ਨ ਉਸ ਸਾਈਡ ਨਾਲ ਕਰਦੇ ਹੋ ਕਿ 4 ਲੱਖ ਵਿੱਚ ਕੈਨੇਡਾ ਜਾਓ ਤਾਂ ਮੈਂ ਉਹਦੇ ਨਾਲ ਕੋਈ ਕੰਪੀਟ ਨਹੀਂ ਕਰ ਸਕਦਾ। ਤਾਂ ਇਹ 2 ਡਿਫਰੈਂਸ ਹੈ। ਅੱਛਾ, ਫਿਰ ਹੁਣ ਜਿਹੜਾ ਇਹ ਪੈਕੇਜ ਤੁਸੀਂ ਦੱਸ ਰਹੇ ਹੋ ਜਾਂ ਜੋ ਵੀ ਓਪਰਚੁਨਿਟੀਜ਼ ਤੁਸੀਂ ਲੈ ਕੇ ਆਏ ਹੋ ਇਸ ਵਾਰੀ, ਠੀਕ ਹੈ, ਸੈਟਲਿੰਗ ਅਬਰਾਡ ਸਬਸਿਸ, ਇਹ ਜਿਹੜੇ ਵੀ ਹੁਣ ਅਪਲਾਈ ਕਰਨਾ ਉਹਦੇ ਵਾਸਤੇ ਜਾਂ ਜਿਹੜੇ ਰੀ-ਅਪਲਾਈ ਕਰਨਗੇ? ਅਗਰ ਰੀ-ਅਪਲਾਈ ਕਰ ਰਹੇ ਹੋ ਤਾਂ ਮੈਨੂੰ ਹਰ ਡਾਕੂਮੈਂਟ ਚਾਹੀਦਾ, ਕਿਉਂਕਿ ਬੇਸਿਕ ਤੁਸੀਂ ਇਹ ਕਹੋ ਕਿ ਆ ਮੇਰੇ ਕੋਲ ਤਾਂ ਜੀ 10th+2 ਹੈ, ਮੇਰੇ ਕੋਲ SOP ਨਹੀਂ ਹੈ,
ਫਿਰ मेरे को मुश्किल है? फॉर्म नहीं है मुश्किल फिर है? मैं नहीं कुछ कर सकਦਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਹੈ ਪਹਿਲੇ ਵੀ ਲਾ ਪਹਿਲਾਂ ਕੇ ਕੀ ਦਿੱਤਾ ਲੱਗਿਆ ਸੀ, ਠੀਕ ਹੈ। ਕਿਉਂਕਿ ਮੈਂ ਉਹਨੂੰ ਚੇਂਜ ਨਹੀਂ ਕਰ ਸਕਦਾ ਫਿਰ ਉਹਦੇ ਲਈ ਤੁਹਾਡੇ 50 ਦਿਨ ਫालतू ਲੱਗਣਗੇ ਕਿਉਂਕਿ ਅੱਜ ਅਸੀਂ ਤੁਹਾਡੇ ਡਾਕੂਮੈਂਟ ਕਢਾਉਣ ਲਈ ਐਮਬੈਸੀ ਨੂੰ ਪਾਵਾਂਗੇ ਤਾਂ ਐਮਬੈਸੀ 45-50 ਦਿਨ ਲਾਉਂਦੀ ਹੈ ਆਰਾਮ ਨਾਲ। ਤਾਂ ਫਿਰ 50 ਦਿਨ ਐਕਸਟਰਾ ਲੱਗਣਗੇ ਨਾਲ ਹੂੰ ਫਿਰ ਮਤਲਬ ਤੁਸੀਂ 6-7 ਮਹੀਨੇ ਤੇ ਜਾਓਗੇ ਠੀਕ ਹੈ, ਠੀਕ ਹੈ। ਵੈਸੇ ਔਨ ਐਡ ਵਿੱਚ ਕੋਈ ਇਹ ਨਹੀਂ ਕਹਿੰਦਾ ਕਿ 6 ਮਹੀਨੇ ਲੱਗਣਗੇ ਸਾਰੇ 6 ਦਿਨ ਦਾ ਹੀ ਵਾਅਦਾ ਕਰਦੇ ਆ ਵੀ ਆਫਰ ਲੈਟਰ 24 ਘੰਟੇ ਵਿੱਚ ਵੀਜ਼ਾ 48 ਘੰਟੇ ਵਿੱਚ ਤਾਂ ਘੰਟਿਆਂ ਵਿੱਚ ਵਾਅਦਾ ਕਰਦੇ ਆ ਵੀ ਇੱਕ ਦਿਨ ਵਿੱਚ 2 ਦਿਨ ਵਿੱਚ 3 ਦਿਨ ਵਿੱਚ ਤਾਂ ਮੈਂ ਬਿਲਕੁਲ ਪ੍ਰੈਕਟੀਕਲ ਗੱਲ ਦੱਸ ਰਿਹਾ ਤੁਹਾਨੂੰ ਜੋ ਸ਼ਾਇਦ ਤੁਸੀਂ ਸੁਣ ਕੇ ਸਮਝ ਵੀ ਪਾ ਰਹੇ ਹੋ ਕਿ ਐਕਚੁਅਲੀ ਦਿਨ ਲੱਗਦੇ ਆ ਅਗਰ ਤੁਸੀਂ ਕੈਪਸ ਕਢਾਓਗੇ ਤਾਂ 40-45 ਦਿਨ ਦਾ ਕੈਪਸ ਦਾ ਪ੍ਰੋਸੈਸ ਹੈ ਫਿਰ ਸੈਸ਼ਨ ਮਿਲੂਗਾ ਸੈਸ਼ਨ ਮੰਨ ਲਓ ਤੁਸੀਂ ਅੱਜ ਕੈਪਸ ਅਪਲਾਈ ਕਰਦੇ ਹੋ ਫਿਰ ਮਈ ਵੀ ਟੱਪੂਗਾ ਮਤਲਬ ਫਿਰ ਸਤੰਬਰ ਮਿਲੂਗਾ ਤਾਂ ਉਹ ਹੁਣ ਤੁਸੀਂ ਕਿੰਨੇ ਸਪੀਡ ਅਪ ਹੋ ਓਹੋ ਦੈਟ ਇਜ਼ ਔਨ ਡਿਪੈਂਡ ਔਨ ਯੂ ਹੁਣ ਤੁਸੀਂ ਮਈ ਦੇ ਨੇੜੇ ਜਾ ਕੇ ਆਉਂਗੇ ਕਿ ਮੈਨੂੰ ਪੈਕੇਜ ਦੇ ਦਿਓ ਜੀ ਮੇਰੇ ਕੈਪਸ ਕਢਾ ਦਿਓ ਜੀ ਫਿਰ ਤੁਸੀਂ ਆਟੋਮੈਟਿਕ ਸਤੰਬਰ ਤੱਕ ਜਾਓਗੇ ਫਿਰ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਪੈਕੇਜ ਲੋਟਰੀ ਬੇਸਡ ਲੈਣਾ ਹੈ ਕਿ ਤੁਹਾਡੀ ਫਾਈਲਾਂ ਲੱਗ ਗਈਆਂ ਜਿਹਦਾ ਆ ਗਿਆ ਚਲੋ ਬੱਲੇ ਬੱਲੇ ਪਰ ਉਹ ਲੋਟਰੀ ਨਿਕਲਣੀ ਕਿਸੇ ਹੋਰ ਦੀ ਹੈ ਜਾਂ ਫਿਰ पैकेज ऑन लॉजिकल बेसिस लेना दैट इज अ पैकेज ऑन लॉजिकल बेसिस लॉजिकल मतलब आइल्स लॉजिकल मतलब एक गवर्नमेंट कॉलेज 1 साल ਦੀ ਫੀਸ ਇਹ ਸਭ ਲੌਜੀਕਲ ਹੈ ਠੀਕ ਹੈ ਇਹਦੇ ਥਰੂ ਜਾਣਾ ਅੱਜ ਵੀ ਟਰੈਵਲ ਕਰ ਰਿਹਾ ਪੈਕੇਜ ਵਾਲਾ ਆਸਟ੍ਰੇਲੀਆ ਦਾ ਵੀ ਬਹੁਤ ਅੱਛਾ ਰਿਸਪਾਂਸ ਹੈ ਅੱਜ ਵੀ ਵੀਜ਼ਾਸ ਆਏ ਆਸਟ੍ਰੇਲੀਆ ਦੇ ਬਿਲਕੁਲ ਔਰ ਖਾਸ ਕਰ ਜਦੋਂ ਦੀ ਦਸੰਬਰ ਦੀ ਅਨਾਉਂਸਮੈਂਟ ਹੋਈ ਹੈ कि ਆਸਟ੍ਰੇਲੀਆ ਦਸੰਬਰ ਵਿੱਚ ਖੁੱਲ ਰਿਹਾ ਹੈ ਉਸ ਤੋਂ ਬਾਅਦ ਬਹੁਤ ਰਿਸਪਾਂਸ ਹੈ ਗ੍ਰੇਟ ਔਰ ਉਸ ਤੋਂ ਬਾਅਦ ਹਾਈ ਕਮਿਸ਼ਨਸ ਵੀ ਵਿੱਚ ਕੀ ਸੀ ਆਸਟ੍ਰੇਲੀਆ ਬਹੁਤ ਫਾਸਟ ਸੀ ਵੀਜ਼ਾ ਵਿਦਿਨ 2 ਡੇਜ਼ 3 ਡੇਜ਼ ਆ ਰਿਹਾ ਸੀ ਫਿਰ ਕੁਝ ਟਾਈਮ ਬਾਅਦ ਜਦੋਂ ਆਸਟ੍ਰੇਲੀਆ ਨੇ ਸਪਟੰਬਰ ਤੋਂ ਡਿਲੇ ਕਰਤਾ ਕੋਈ ਅਪਡੇਸ਼ਨ ਨਹੀਂ ਸੀ ਹਾਈ ਕਮਿਸ਼ਨ ਸਲੋ ਹੋ ਗਈ ਹਾਈ ਕਮਿਸ਼ਨ ਨੇ ਆਪਣੀ ਫਾਈਲਾਂ ਸਾਰੀਆਂ ਰੋਕ ਲੀਆਂ ਓਕੇ ਰਿਜ਼ਲਟ ਸਲੋ ਹੋ ਗਏ ਠੀਕ ਹੈ ਹੁਣ ਜਿਸ ਦਿਨ ਤੋਂ ਫਿਰ ਅਨਾਉਂਸ ਹੋ ਗਿਆ ਕਿ ਦਸੰਬਰ ਵਿੱਚ ਉਹਨਾਂ ਨੇ ਫਿਰ ਰਿਜ਼ਲਟਸ ਦੇਣੇ ਰਿਜ਼ਲਟਸ ਫਾਸਟ ਹੋ ਗਏ ਵੀਜ਼ਾਸ ਫਾਸਟ ਹੋ ਗਏ ਕਿਉਂਕਿ ਹੁਣ ਉਹਨਾਂ ਨੇ ਜਨਵਰੀ ਵਿੱਚ ਸਤੰਬਰ ਵਾਲੇ ਵੀ ਲੈ ਕੇ ਜਾਣੇ ਔਰ ਜਨਵਰੀ ਇਨਟੇਕ ਵੀ ਫੁੱਲ ਕਰਨਾ ਤਾਂ ਫਿਰ ਵੀਜ਼ਾਸ ਦੁਬਾਰਾ ਤੋਂ ਉਸੇ ਹੀ ਲਾਈਨ ਤੇ ਆ ਗਏ ਜੀ ਗ੍ਰੇਟ ਸੋ ਯਾਨੀ ਕਿ ਵੀਜ਼ਾਸ ਜਿਹੜੇ ਨੇ ਸੀ ਉਹ ਹਰ ਵਾਰੀ ਆਏ ਨੇ ਫਿਰ ਚਾਹੇ ਸਿਚੁਏਸ਼ਨ ਕਿਦਾਂ ਦੀ ਹੀ ਕਿਉਂ ਨਾ ਹੋਵੇ ਸੋ ਲੇਟੈਸਟ ਤੁਹਾਡੇ ਵੀ ਵੀਜ਼ਾਸ ਆਏ ਹੋਏ ਨੇ ਹਾਂ ਬਿਲਕੁਲ ਦਿਖਾਈਏ ਕੱਲ ਵੀ ਦਿਖਾਏ ਸੀ ਕੁਝ ਚੈਲੰਜਿੰਗ ਪ੍ਰੋਫਾਈਲਸ ਤਾਂ ਅੱਜ ਵੀ ਕੁਝ ਅਲੱਗ ਹੈ ਕਿਉਂਕਿ ਡੇਲੀ ਰਿਜ਼ਲਟਸ ਆ ਰਹੇ ਤਾਂ ਅੱਜ ਵੀ ਦਿਖਾਈਏ ਜੀ ਸੋ ਸਾਡੇ ਕੁਝ ਉਹ ਹੋਣਹਾਰ ਵਿਦਿਆਰਥੀ ਜੀ ਸਾਡੇ ਉਹ ਖੁਸ਼ ਨਸੀਬ ਸਟੂਡੈਂਟਸ ਜਿਨ੍ਹਾਂ ਨੇ ਅਪਲਾਈ ਕੀਤਾ ਸੀਗਾ ਕੈਨੇਡਾ ਦੇ ਵਾਸਤੇ ਤੇ ਵੀਜ਼ਾਸ ਆ ਚੁੱਕਿਆ ਜੀ ਤੇ ਸਬਸਿਸ ਲਿੱਤੀਆਂ ਹੈਗੀਆਂ ਨੇ ਸੈਟਲਿੰਗ ਅਬਰਾਡ ਸਬਸਿਸ ਦੀਆਂ ਤੇ ਕੀ ਕਹਿਣਾ ਆਓ ਵੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਗੌਰਵ ਤਲਵਾਰ ਬੇਅੰਤ ਸਿੰਘ ਨੇ ਜ਼ਿਲ੍ਹਾ ਸੰਗਰੂਰ ਇਹਨਾਂ ਦਾ ਕੋਈ ਨਹੀਂ ਕਸੂਰ ਇਹਨਾਂ ਦੇ ਆਇਲਸ ਨਹੀਂ ਕਰ ਪਾ ਰਹੇ ਸੀ ਰਿਫਿਊਜ਼ ਵੀ ਸੀਗੇ ਪਹਿਲੇ ਤਾਂ ਕੈਨੇਡਾ ਦਾ ਵੀਜ਼ਾ ਇਹਨਾਂ ਨੂੰ ਹੈਂਡਓਵਰ ਕਰੀਏ ਕਾਂਗ੍ਰੈਚੁਲੇਸ਼ਨਸ ਵੀਜ਼ਾ ਮਿਲਿਆ ਦੂਜੀ ਚੀਜ਼ ਕੀ ਹੈ ਥੋੜਾ ਆਪਣਾ ਰਿਵਿਊ ਸਮਝੇ ਮੇਰਾ ਨਾਮ ਬੇਅੰਤ ਸਿੰਘ ਮੈਂ ਡਿਸਟ੍ਰਿਕਟ ਸੰਗਰੂਰ ਦਾ ਰਹਿਣ ਵਾਲਾ ਤੇ ਮੈਂ 2018 ਦੇ ਵਿੱਚ +2 ਪਾਸ ਆਊਟ ਕੀਤੀ ਸੀ ਉਸ ਤੋਂ ਬਾਅਦ ਮੈਂ ਆਈਲੈਟਸ ਕੀਤੀ ਤੇ ਮੇਰਾ ਆਈਲੈਟਸ ਕਲੀਅਰ ਨਹੀਂ ਹੋਇਆ ਤੇ ਮੈਂ ਫਿਰ ਭਾਜੀ ਕੋਲ ਮਿਲਿਆ ਤੇ ਇਹਨਾਂ ਨੇ ਮੇਰਾ ਆਈਲੈਟਸ ਕਰਵਾਇਆ ਤੇ ਕੈਨੇਡਾ ਦਾ ਵੀਜ਼ਾ ਕਲੀਅਰ ਹੋਇਆ ਬਿਲਕੁਲ ਅਸੀਂ ਪੈਕੇਜ ਲੈ ਕੇ ਆਏ ਆ ਇਸ ਦਾ ਨਾ ਟੈਸਟ ਕੇਸ ਸੀ ਜੋ ਪਾਸ ਹੋਇਆ ਅਸੀਂ ਆਇਲਸ ਵੀ ਤੁਹਾਨੂੰ ਕਰਾਵਾਂਗੇ ਅਸੀਂ ਆਇਲਸ ਦੇ ਕੋਈ ਪੈਸੇ ਨਹੀਂ ਲਾਂਗੇ ਕੋਈ ਫੀਸ ਨਹੀਂ ਪੇ ਕਰਨੀ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਐਮਬੈਸੀ ਫੀਸ ਕਾਲਜ ਫੀਸ ਨਹੀਂ ਲਾਂਗੇ ਸਾਰੇ ਪੈਸੇ ਲਾਂਗੇ ਵੀਜ਼ਾ ਤੋਂ ਬਾਅਦ ਔਰ ਸਰਕਾਰੀ ਕਾਲਜ ਦਾਂਗੇ ਜਨਵਰੀ ਵਾਸਤੇ ਕਾਲ ਕਰੋ ਉਹਨੇ ਹੀ ਫੋਲੋ ਕਰੋ ਬਹੁਤ ਸਿਲਸਿਲਾ ਤੁਹਾਡੇ ਨਾਲ ਰੂਬਰੂ ਹੋਣ ਦਾ ਅੱਜ ਖਾਸ ਯੂਕੇ ਦੇ ਵੀਜ਼ਾ ਤੇ ਡਿਸਕਸ ਕਰ ਰਹੇ ਹਾਂ ਇੱਕ ਹੋਰ ਸਾਡਾ ਦੋਸਤ ਹੈ ਮੇਰਾ ਛੋਟਾ ਭਰਾ ਮੁਰਾਦਾਬਾਦ ਤੋਂ ਵੀਡੀਓ ਦੇਖ ਕੇ ਆਇਆ ਮੈਂ ਸੋਸ਼ਲ ਮੀਡੀਆ ਦਾ ਬਹੁਤ ਬੜਾ ਥੈਂਕਫੁਲ ਹਾਂ ਕਿ ਦੂਰ ਦੂਰ ਤੱਕ ਸਾਡਾ ਜੋ ਹੈ ਸੰਦੇਸ਼ ਪਹੁੰਚ ਸਕਦਾ ਹੈ ਇਹਨਾਂ ਦਾ ਵੀ ਯੂਕੇ ਦਾ ਵੀਜ਼ਾ ਲੱਗਿਆ ਔਰ ਯੂਕੇ ਦਾ ਵੀਜ਼ਾ मिल चुका है इन्हों का रिव्यू जानना है। नमस्कार, मेरा नाम कपिल है, मैं मुरादाबाद से। मेरा बाहर जाने का सपना था। बिल्कुल बाहर जाने का सपना था और मुरादाबाद में एजेंट नहीं मिला इनको। और जिस तरह पंजाब फेमस है एजेंट्स के लिए कि अगर बाहर जाना है तो पंजाब जाओ। पंजाब जो है वो कैपिटल ऑफ इमिग्रेशन है।
तो जैसे कैपिटल ऑफ इमिग्रेशन पंजाब है, तो आपका वीजा है, कॉन्ग्रेचुलेशंस। आप खुश हो वीजा मिला? जी सर। और सपना यूके जाके क्या करोगे? सर काफी सपने होते हैं। काम करोगे काम करना सर। और फैमिली लेके जाओगे? फैमिली। बिल्कुल, फैमिली लेके जाएंगे, काम करेंगे। आप भी अगर बाहर जाना चाहते हो, किस तरह और कौन से इंटेक में, कॉल करो। सत श्री अकाल जी। बाली गल नहीं करांगे। आयल्स नहीं किया, 2015 तो बाद पास आउट हूं, दा सुपना टुट चुका है, किस तरह बाहर जाओगे? पहले दी जबानी सुनो। ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਕੁਲਵਿੰਦਰ ਸਿੰਘ ਹੈ ਤੇ ਮੈਂ ਵਿਦਆਊਟ ਆਈਲੈਟਸ ਤੇ ਵਿਦਆਊਟ बिल्कुल, विदाउट आयल्स विदाउट इंग्लिश बाहर जाना चाहते सी, ਹਾਂਜੀ कंट्री नहीं मिली, यूके ਦਾ ਵੀਜ਼ਾ ਲੱਗਿਆ, ਗਿਆ ਮੈਂ ਬਾਹਰ ਜਾ ਰਹੇ ਨੇ। ਕਿਸ ਤਰ੍ਹਾਂ ਜਾ ਰਹੇ ਨੇ, ਕੀ ਪ੍ਰੋਸੈਸ ਹੈ, ਇੱਕ ਵਾਰੀ ਮੈਨੂੰ ਫੋਲੋ ਕਰੋ ਜਾਂ ਮੈਨੂੰ ਆ ਕੇ ਮਿਲੋ। ਔਰ ਸਭ ਤੋਂ ਵੱਡੀ ਗੱਲ, ਸਾਰੇ ਪੈਸੇ ਦੋ ਵੀਜ਼ਾ ਤੋਂ ਬਾਅਦ। ਬਾਹਰ ਜੀ ਸੋ ਬੈਕ ਇੱਕ ਵਾਰ ਫਿਰ ਤੋਂ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਅੱਛਾ ਕੌਰ ਸਾਹਿਬ, ਦੇਖਿਆ ਵੀ ਯੂਕੇ ਦੇ ਵੀਜ਼ਾਸ ਬੈਕ ਟੂ ਬੈਕ, ਕਿਉਂਕਿ ਹਰ ਵਾਰ ਜਿੰਨੀ ਵਾਰੀ ਵੀ ਤੁਸੀਂ ਆਉਂਦੇ ਹੋ ਨਾ, ਕੈਨੇਡਾ ਵੀ ਅਸੀਂ ਹਮੇਸ਼ਾ ਦੇਖਿਆ, ਬਟ ਯੂਕੇ ਜ਼ਿਆਦਾ ਹੈ ਇਸ ਵਾਰੀ ਲੱਗ ਰਿਹਾ ਵੀਜ਼ਾਸ ਆ ਰਹੇ ਨੇ ਵਾਕਿਆ ਦੇ ਵਿੱਚ। ਨਹੀਂ, ਦੋਨੋਂ ਬਰਾਬਰ ਹੈ। ਕੱਲ ਮੈਂ ਜਦੋਂ ਇੱਥੋਂ ਲਾਈਵ ਕਰਕੇ ਗਿਆ ਦੇਸ਼ ਪ੍ਰਦੇਸ਼ ਲਾਈਵ 4 ਵਜੇ, ਉਸ ਤੋਂ ਬਾਅਦ ਦੀ ਇਹ ਰਿਕਾਰਡਿੰਗ ਹੈ ਜੀ। ਕੱਲ 3 ਵੀਜ਼ਾ ਆਏ ਯੂਕੇ ਦੇ, ਅੱਜ ਆਸਟ੍ਰੇਲੀਆ ਦੇ ਵੀਜ਼ਾ ਆਏ ਨੇ, ਤਾਂ ਡੇਲੀ ਉਹਨਾਂ ਦੀ ਜਾ ਕੇ ਫਿਰ ਵੀਡੀਓਜ਼ ਬਣਾਉਣੀਆਂ। ਅੱਛਾ। ਔਰ ਤੁਸੀਂ ਇੰਸਟਾਗ੍ਰਾਮ ਦਾ ਲਿੰਕ ਚੱਲ ਰਿਹਾ ਹੈ ਸਕਰੋਲ ਤੇ, ਤਾਂ ਤੁਸੀਂ ਇੰਸਟਾਗ੍ਰਾਮ ਨੂੰ ਫੋਲੋ ਕਰਕੇ ਸਾਡਾ ਰਿਪੋਰਟ ਕਾਰਡ ਚੈੱਕ ਕਰ ਸਕਦੇ ਹੋ ਡੇਲੀ ਬੇਸਿਸ ਤੇ। ਅਸੀਂ ਨਾ ਇੰਸਟਾਗ੍ਰਾਮ ਤੇ ਕੋਈ ਅਜੇ ਐਡ ਨਹੀਂ ਪਾ ਰਹੇ, ਜਹਾਜ਼ ਉੱਡ ਰਿਹਾ 5 ਬੈਂਡ ਨਾਲ ਜਾਓ ਜੀ, ਧਰਤੀ ਘੁੰਮ ਰਹੀ ਹੈ, ਕੈਨੇਡਾ ਪਹੁੰਚ ਗਏ ਜੀ, ਤਾਂ ਅਸੀਂ ਸਿਰਫ ਔਰ ਸਿਰਫ ਟੈਸਟੀਮੋਨੀਅਲਸ। ਠੀਕ ਹੈ, ਜਿਨ੍ਹਾਂ ਦੇ ਵੀਜ਼ਾਸ ਆ ਰਹੇ ਨੇ। ਹਾਂ, ਕੋਈ ਉਹ ਨਹੀਂ ਚੁਟਕੀ ਮਾਰੀ 10 ਪਾਸਪੋਰਟ ਆ ਗਏ, ਸਿਰਫ ਬੱਚੇ ਔਰ ਬੱਚਿਆਂ ਦੇ ਰਿਵਿਊਜ਼। ਜੀ, ਹਾਲੇ ਕਿੰਨੇ ਕੇ ਲਾਈਕ ਰਿਜ਼ਲਟਸ ਪੈਂਡਿੰਗ ਚੱਲ ਰਹੇ ਨੇ ਜਿਸ ਅਕੋਰਡਿੰਗ ਵੀਜ਼ਾਸ ਤੁਸੀਂ ਦੇਖ ਰਹੇ ਹੋ ਵੀ ਤੁਹਾਡੇ ਆ ਰਹੇ ਨੇ? ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਕਿੰਨੇ ਕੇ ਰਹਿ ਗਏ ਪੈਂਡਿੰਗ ਹਲੇ? ਦੇਖੋ ਕਿਉਂ ਦੇ ਵਿੱਚ ਨੇ? ਦੇਖੋ ਕਿਉਂ ਕੀ ਹੈ, ਜਨਵਰੀ ਤਾਂ ਹੁਣ ਸਤੰਬਰ ਦਾ ਕੰਪਲੀਟ ਹੋ ਗਿਆ, ਹੁਣ ਜਨਵਰੀ ਦੇ ਰਿਜ਼ਲਟਸ ਹੈ, ਔਰ ਜਨਵਰੀ ਦੇ ਸਿਰਫ 10-15% ਰਿਜ਼ਲਟਸ ਆਏ। ਅੱਛਾ। ਹੁਣ ਜਨਵਰੀ ਦੇ ਰਿਜ਼ਲਟਸ ਆने ਸ਼ੁਰੂ ਹੋ ਗਏ, ਔਰ ਇਹ ਮੇਰੀ ਕਮਿਟਮੈਂਟ ਹੈ ਕਿ ਡੇਲੀ ਬੇਸਿਸ ਤੇ ਜਦੋਂ ਵੀ ਮੈਂ ਲਾਈਵ ਆਉਂਗਾ, ਹਰ ਵਾਰੀ ਤੁਹਾਡੇ ਲਈ ਜੋ ਰਿਪੋर्ट कार्ड है और सामने होएगा। और तुसी मेरा पेज है ਉਹਨੂੰ ਫੋਲੋ ਕਰੋਗੇ ਤਾਂ ਡੇਲੀ ਉਸ ਤੇ ਟੈਸਟੀਮੋਨੀਅਲ ਪੈਂਦੇ ਆ 1 2 3 1 2, ਕਿਉਂਕਿ 2 ਤੋਂ ਜ਼ਿਆਦਾ ਅਲਾਉ ਨਹੀਂ ਕਰਦਾ YouTube। ਓਕੇ ਓਕੇ। ਮੰਨ ਲਓ ਹੁਣ ਬਹੁਤ ਵਾਰੀ ਸਾਨੂੰ ਫਿਰ ਜਦੋਂ 5-6 ਵੀਜ਼ਾ ਆ ਜਾਂਦੇ ਆ, 2-2 3-3 ਇਕੱਠੇ ਖੜੇ ਕਰਨੇ ਪੈਂਦੇ ਆ, ਕਿਉਂਕਿ ਉਹ ਅਲਾਉ ਨਹੀਂ ਕਰਦੇ। 2 ਤੋਂ ਜ਼ਿਆਦਾ ਤੁਸੀਂ ਐਡ ਤਾਂ 1 ਹੀ ਪਾ ਸਕਦੇ ਹੋ, ਓਕੇ, ਟੈਸਟੀਮੋਨੀਅਲ ਸਿਰਫ 2 ਪਾ ਸਕਦੇ ਹੋ। ਆਲਰਾਈਟ। ਉਸ ਤੋਂ ਫਿਰ ਉਹ ਅਲਾਉ ਨਹੀਂ ਕਰਦੇ ਤੁਹਾਨੂੰ ਪਾਉਣਾ, ਤਾਂ ਫਿਰ 2 ਡੇਲੀ ਬੇਸਿਸ ਤੇ ਮੈਕਸਿਮਮ ਪਾ ਸਕਦੇ ਆ, ਪਾ ਰਹੇ ਆ। ਔਰ ਜਿਵੇਂ ਮੈਂ ਦੱਸਿਆ ਕਿ ਬਾਹਰੋਂ ਬਹੁਤ ਬੱਚੇ ਆਉਂਦੇ, ਬੱਚਾ ਮੁਰਾਦਾਬਾਦ ਤੋਂ ਸੀ, ਔਰ ਮੈਂ ਇਹਨੂੰ ਕਿਹਾ ਕਿ ਜੋ ਪੰਜਾਬ ਹੈ ਕੈਪੀਟਲ ਆਫ ਇਮੀਗ੍ਰੇਸ਼ਨ ਹੈ ਜੀ, ਤਾਂ ਜਿਵੇਂ ਦਿੱਲੀ ਕੈਪੀਟਲ ਆਫ ਇੰਡੀਆ ਹੈ, ਕੈਪੀਟਲ ਆਫ ਇਕਨੋਮਿਕਸ, ਬਿਲਕੁਲ ਰਾਜਧਾਨੀ ਹੈ, ਪੂਰਾ ਦੇਸ਼ ਦੀ ਇਮੀਗ੍ਰੇਸ਼ਨ ਦੀ ਰਾਜਧਾਨੀ ਹੈ ਪੰਜਾਬ। ਸੋ ਨੈਕਸਟ ਕਾਲਰ ਵੀ ਸਾਡੇ ਨਾਲ। ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਬੇਟੇ ਬਾਰੇ ਪੁੱਛਣਾ ਸੀਗਾ ਮੈਨੂੰ। ਹਾਂਜੀ ਦੱਸੋ ਪਲੀਜ਼। ਮੈਨੂੰ ਬੱਚੇ ਨੇ 2020 ਪਲੱਸ ਟੂ ਕੀਤੀ ਸੀ ਨਾ। ਹਾਂਜੀ ਹਾਂਜੀ। ਤੇ ਉਹ ਮੈਨੂੰ 6.5 ਹੋਰ ਬੜੇ ਕਿ 5.5 ਦੀ ਰੇਟਿੰਗ ਸੀ। ਓਕੇ ਓਕੇ। ਹਾਂਜੀ ਹਾਂਜੀ, ਨਾਲ ਮੈਡੀਕਲ ਕੀਤੀ ਹੋਈ ਹੈ ਨੇ। ਜਾਣਾ ਕਿੱਥੇ ਹੈ ਜੀ? ਕਿਹੜੀ ਜਗ੍ਹਾ ਭੇਜਣਾ ਹੈ? ਮੈਨੂੰ ਕੈਨੇਡਾ ਜੀ। ਕੈਨੇਡਾ ਜੀ, ਬਿਲਕੁਲ। ਕੈਨੇਡਾ ਦੇਖੋ ਜੈਨ ਇਨਟੇਕ ਲਈ ਲਾਸਟ ਆਪਸ਼ਨ ਹੈ। ਤੁਸੀਂ ਜਵਾਬ ਸੁਣਨਾ ਧਿਆਨ ਨਾਲ ਪਲੀਜ਼। ਕੈਨੇਡਾ ਜੈਨ ਇਨਟੇਕ ਲਈ ਲਾਸਟ ਆਪਸ਼ਨ ਹੈ, ਔਰ ਇੱਕ ਵਾਰੀ ਜ਼ਰੂਰ ਚੈੱਕ ਕਰਨਾ ਹੈ, ਕਿਉਂਕਿ ਕੈਨੇਡਾ इस समय अगर जनवरी फिर मिस हो जाएगा विद इन 4-5 डेज। दूजी चीज़ 21-5.5 है, बहुत घट गवर्नमेंट कॉलेज ਤੁਹਾਨੂੰ ਅਲਾਉ ਕਰਦੇ ਆ, ਆਫਰ ਦਿੰਦੇ ਆ, ਤਾਂ ਬਹੁਤ ਜਲਦੀ ਅਪਲਾਈ ਕਰਨਾ ਡਿਸਾਈਡ ਕਰਕੇ, ਕਿਉਂਕਿ ਇਹ ਨਾ ਹੋਵੇ ਕਿ ਜੋ ਕੋਰਸਿਸ ਆ ਉਹ ਕਲੋਜ਼ਡ ਹੋ ਜਾਣ। ਔਰ ਇਹ ਉਮੀਦ ਹੈ ਕਿ ਜਦੋਂ ਜਨਵਰੀ ਕਲੋਜ਼ ਹੋਊਗਾ, ਮਈ ਸ਼ਾਇਦ ਖੁੱਲੇਗਾ ਹੀ ਨਹੀਂ, ਮਈ ਆਟੋਮੈਟਿਕ ਕਲੋਜ਼ ਰਹੇਗਾ, ਕਿਉਂਕਿ ਬਹੁਤ ਸਾਰੀ ਸਤੰਬਰ ਦੀ ਡੈਫਰਮੈਂਟ ਜਨਵਰੀ ਵਿੱਚ ਆਈ ਚਲੇ ਆਉਂਦੇ ਹਮੇਸ਼ਾ। ਔਰ ਮਈ ਜੋ ਹੈ ਆਟੋਮੈਟਿਕ ਛੋਟਾ ਇਨਟੇਕ ਹੁੰਦਾ। ਨਹੀਂ, ਹੁਣ ਤੁਹਾਡੇ ਕੋਲੇ ਕਿੰਨੀਆਂ ਕਿ ਸੀਟਸ ਹੈਗੀਆਂ ਨੇ, ਕਿਦਾਂ ਦੇ ਕਾਲਜਸ ਹੈਗੇ ਨੇ? ਇਹ ਨਹੀਂ ਕਹਿ ਸਕਦੇ ਅਸੀਂ ਕਿੰਨੀਆਂ ਸੀਟਸ ਨੇ, ਕਿਉਂਕਿ
ਸੀਟਸ ਨਹੀਂ ਗ੍ਰਾਫ ਸਟੂਡੈਂਟ ਤਾਂ ਡੇਲੀ ਇਹ ਬੇਸਿਸ ਸੁਣ ਤੇ ਕੇ ਚੱਲ ਰਿਹਾ ਹੈ। ਸਟੂਡੈਂਟ ਇਹ ਸੁਣ ਕੇ ਕਿ ਹਾਂਜੀ ਜਨਰਲ ਇਨਟੇਕ ਸਾਡੇ ਕੋਲੇ ਹੈਗਾ ਰਾਈਟ, ਔਰ ਜਦੋਂ ਅਸੀਂ ਪਹੁੰਚਦੇ ਆ ਜੋ ਸਾਨੂੰ ਚਾਹੀਦਾ ਉਹ ਨਹੀਂ ਅਵੇਲੇਬਲ ਦੇਖੋ ਨਹੀਂ ਹੈ। ਇਹ ਦੇਖੋ ਹੁਣ ਮੈਂ ਤੁਹਾਨੂੰ ਇਹ ਕਿਹਾ ਕਿ ਤੁਹਾਨੂੰ ਫਲਾਣੇ ਹਮਰ ਕਾਲਜ ਵਿੱਚ ਇਸ ਕੋਰਸ ਦਾ ਕੋਈ ਵੀ ਕੋਰਸ ਲਾ ਲਓ, ਮੰਨ ਠੀਕ ਲਓ ਹੈ। ਬਿਜ਼ਨਸ ਦਾ ਹੈ, ਨਾਨ ਮੈਡੀਕਲ ਇੰਜੀਨੀਅਰਿੰਗ ਹੈ, ਮੈਂ ਤੁਹਾਨੂੰ ਸੀਟ ਦੇ ਦਾਂਗਾ, ਪਰ ਉਹ ਅੱਜ ਲਈ ਹੈ। ਠੀਕ ਹੈ ਹੁਣ ਤੁਸੀਂ ਮੈਨੂੰ ਅੱਜ ਤੋਂ 4 ਦਿਨ ਬਾਅਦ ਕਹੋਗੇ ਤਾਂ ਕਿ ਮੈਂ ਫਿਰ ਤੁਹਾਡਾ ਨਹੀਂ 4 ਦਿਨ ਪਹਿਲੇ ਸ਼ੋਅ ਸੁਣਿਆ ਸੀ ਜੀ ਰਾਈਟ ਰਾਈਟ ਔਰ ਅੱਜ ਮੈਂ ਆਇਆ, ਤੁਸੀਂ ਕਿਹਾ ਸੀ ਜੀ ਸੀਟ ਦਾਂਗੇ। ਅੱਛਾ 4 ਦਿਨਾਂ ਵਿੱਚ ਪੂਰੀ ਦੁਨੀਆ ਤੋਂ ਲੋਕ ਅਪਲਾਈ ਕਰ ਰਹੇ ਆ। ਔਰ ਅੱਛਾ ਇਹ ਉਹ ਕਾਲਜਸ ਨੇ, ਅੰਬਰ ਹੋ ਗਿਆ, ਉਸ ਤੋਂ ਬਾਅਦ CII ਹੋ ਗਿਆ, ਉਸ ਤੋਂ ਬਾਅਦ ਬਹੁਤ ਸਾਰੀ ਯੂਨੀਵਰਸਿਟੀ ਆਫ ਮੈਨੀਟੋਬਾ ਹੋ ਗਈ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਹੋ ਗਈ, ਇਹ ਉਹ ਸਾਰੀ ਯੂਨੀਵਰਸਿਟੀਜ਼ ਹੈ ਜੋ ਤੁਹਾਨੂੰ ਕਿਸੇ ਪੋਰਟਲ ਤੇ ਨਹੀਂ ਮਿਲਣਗੀਆਂ, ਓਕੇ ਠੀਕ ਹੈ ਜੋ ਆਨਲਾਈਨ ਪੋਰਟਲਸ ਬਣੇ ਹੈ ਕਿ ਤੁਸੀਂ ਘਰੇ ਬੈਠੇ ਅਪਲਾਈ ਕਰ ਦਿਓ ਜੀ ਆਫਰ ਆ ਜਾਊਗਾ, ਉਹਨਾਂ ਤੇ ਨਹੀਂ ਮਿਲਣਗੀਆਂ। ਓਕੇ ਇਹ ਸਿਰਫ ਤੁਹਾਡੇ ਕੋਲ ਰਜਿਸਟਰਡ ਜਿਹੜਾ ਜੋ ਅਸੀਂ ਕੰਸਲਟੈਂਟਸ ਹੈ ਉਹਨਾਂ ਕੋਲ ਹੀ ਮਿਲਣਗੇ। ਜੀ ਗ੍ਰੇਟ। ਸੋ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਜੀ, ਤੇ ਸੈਟਲਿੰਗ ਅਬਰਾਡ ਆਫਿਸ ਤੋਂ ਮਿਸਟਰ ਮਾਫ ਕਰਨਾ ਜੀ ਮਿਸਟਰ ਗੌਰਵ, ਕਿਉਂਕਿ ਹਰ ਵਾਰੀ ਹੁਣ ਸੁਭਾਸ਼ ਜੀ ਬੜੇ ਆਉਣ ਲੱਗ ਗਏ ਨੇ ਤੁਹਾਡੇ ਕੰਪਨੀ ਉਹ ਮੈਂ ਵਿੱਚੋਂ ਆਊਟ ਆਫ ਕੰਟਰੀ ਗਿਆ ਹੋਇਆ ਸੀ ਤਾਂ ਸੋ ਇਹ ਵੀ ਬੜਾ ਫਰਕ ਪੈ ਜਾਂਦਾ ਹੈ। ਸੋ ਬਟ ਫਿਰ ਵੀ ਜੀ ਅੱਜ ਦੇ ਸਾਡੇ ਜਿਹੜੇ ਸਟੱਡੀ ਵੀਜ਼ਾ ਐਕਸਪਰਟ ਹੈਗੇ ਨੇ ਇਹਨਾਂ ਨੂੰ ਸਪੈਸ਼ਲੀ ਫਿਰ ਤੋਂ ਬੁਲਾਇਆ ਗਿਆ, ਮਿਸਟਰ ਗੌਰਵ ਤਲਵਾਰ, ਤੇ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਜੀ। ਇੱਕ ਲਾਸਟ ਕਾਲ ਜਾਂਦੇ ਜਾਂਦੇ ਮੈਂ ਜ਼ਰੂਰ ਸੁਣ ਲੈਂਦੇ ਆ ਕੀ ਸਵਾਲ ਹੈ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ सत श्री अकाल जी सर। तो ये क्या देखता है जी, +2 पास वालों को कहाँ भेजते हैं? आप सर अपनी पूरी प्रोफाइल बता दीजिए, फिर अकॉर्डिंग टू दैट ही आपको बता पाएंगे, सजेस्ट कर पाएंगे। पहले आप बताओ मैम मेरे को। सर आप UK जाना है, आपने कनाडा जाना है, गौरव सर दसो जी। देखो आप कितने भेजोगे? सुना अपना जवाब आप ऑनलाइन सुने। आपको अगर आप +2 हैं, जैसे ना जब सब्जी बनाते हो तो तड़का लगाते जाते हैं ना, तो अगर आप +2 हैं, 60% के साथ हैं, 6 बैंड ईच हैं, तो आपके लिए सारी कंट्रियों के दरवाजे खुले हैं। +2 हैं, 60% है, अगर ਤੁਸੀਂ IELTS ਨਹੀਂ ਕੀਤੀ ਤਾਂ ਫਿਰ UK ਜਾ ਸਕਦੇ ਹੋ। ਅਗਰ 6 ਹੈ, ਇੱਕ ਵਿੱਚ 5.5 ਹੈ ਤਾਂ ਕੈਨੇਡਾ ਆਸਟ੍ਰੇਲੀਆ ਜਾ ਸਕਦੇ ਹੋ। 5.5 ਹੈ, ਈਚ 5.5 ਹੈ, ਫਿਰ ਆਸਟ੍ਰੇਲੀਆ ਜਾ ਸਕਦੇ ਹੋ। ਔਰ ਬਹੁਤ ਵਾਰੀ ਬੱਚੇ ਮੈਨੂੰ ਪੁੱਛਦੇ ਆ ਕਿ ਕੈਨੇਡਾ ਦੀ ਇੰਨੀ ਜ਼ਿਆਦਾ ਅਡੈਪਟੇਬਿਲਿਟੀ ਹੈ, ਤੁਸੀਂ ਆਸਟ੍ਰੇਲੀਆ ਬਹੁਤ ਜ਼ਿਆਦਾ ਕਿਉਂ ਬੋਲਦੇ ਹੋ, ਆਸਟ੍ਰੇਲੀਆ ਕਿਉਂ ਕਰਦੇ ਹੋ, ਜਦ ਕਿ ਅਸੀਂ ਬਹੁਤ ਸਾਰੀ ਐਡ ਸਕਰੋਲ ਕਰਦੇ ਹਾਂ ਕੈਨੇਡਾ ਜਾਂ UK ਹੈ। ਆਸਟ੍ਰੇਲੀਆ ਹਮੇਸ਼ਾ ਮੈਨੂੰ ਸ਼ੁਰੂ ਤੋਂ ਮੇਰੀ ਫਸਟ ਚੁਆਇਸ ਰਹੀ ਹੈ, ਬਿਕੋਜ਼ ਫਾਈਨੈਂਸ਼ੀਅਲੀ ਆਸਟ੍ਰੇਲੀਆ ਦਾ ਕੋਈ ਮੁਕਾਬਲਾ ਨਹੀਂ, ਪਹਿਲੀ ਗੱਲ। ਦੂਜੀ ਚੀਜ਼ +2 ਤੋਂ ਬਾਅਦ 5.5 ਈਚ, ਠੀਕ ਹੈ, ਵੀਜ਼ਾ ਹੀ ਨਹੀਂ ਹੈ ਕਿੱਥੇ, ਵੀਜ਼ਾ ਹੀ ਆਸਟ੍ਰੇਲੀਆ ਦਾ। ਫਿਰ ਗ੍ਰੈਜੂਏਸ਼ਨ ਤੋਂ ਬਾਅਦ 6 2 ਵੀ 5.5 ਵਿਦ ਸਪਾਊਸ, ਵੀਜ਼ਾ ਹੀ ਆਸਟ੍ਰੇਲੀਆ ਦਾ ਹੈ। ਫਿਰ ਆਸਟ੍ਰੇਲੀਆ ਦੀ ਸਿੰਪਲ ਗੱਲ ਹੈ 2+2 ਅਸੀਂ ਲੈਵਲ 3 ਤੇ ਆ, ਲੈਵਲ 1 ਦਾ ਕਾਲਜ ਲੈ ਲਈਏ, ਨੰਬਰ 4 ਹੋ ਗਏ, ਵੀਜ਼ਾ ਆ ਜਾਣਾ। ਠੀਕ ਹੈ ਠੀਕ ਤਾਂ ਹੈ। ਬਹੁਤ ਸਾਰੀ ਚੀਜ਼ਾਂ ਜੋ ਨੇ ਆਸਟ੍ਰੇਲੀਆ ਵਿੱਚ ਬਿਲਕੁਲ ਸਿੰਪਲ ਔਰ ਸਿੱਧੀਆਂ ਨੇ, ਪਰ ਉਨਾ ਹੀ ਸਖਤਾਈ PR ਤੱਕ ਦੀ ਹੈ। ਪਰ ਅਸੀਂ ਤੁਹਾਨੂੰ ਕੋਰਸ ਉਹ ਦੇਣਾ ਹੈ ਜਿਹਦੇ ਵਿੱਚ ਸਿਰਫ ਕੱਲ ਨੂੰ 7 ਬੈਂਡ ਓਵਰਆਲ ਤੁਹਾਡੀ PR ਦੀ ਰਿਕੁਆਇਰਮੈਂਟ ਹੋਵੇ। ਤੁਹਾਨੂੰ ਕੋਰਸ ਉਹ ਨਹੀਂ ਦੇ ਦੇਣਾ ਜਿਹਦੇ ਤੁਹਾਨੂੰ ਈਚ 8 ਲੈਣੇ ਪੈਣ ਔਰ ਕੱਲ ਨੂੰ ਤੁਹਾਨੂੰ PR ਨਾ ਮਿਲ ਪਾਏ। ਠੀਕ ਹੈ ਠੀਕ ਹੈ। ਜਾਂ ਫਿਰ ਤੁਹਾਡਾ ਜੋ ਕੋਰਸ ਹੈ ਉਹ SOL ਦੇ ਵਿੱਚ ਹੋਵੇ। ਜੀ ਗ੍ਰੇਟ। ਸੋ ਬਾਕੀ ਜਿਹੜੀ ਇਨਫੋਰਮੇਸ਼ਨ ਹੈ ਜੀ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰਵਾਈ ਜਾਏਗੀ, ਯਾਨੀ ਤੁਹਾਨੂੰ ਸਾਰਿਆਂ ਨੂੰ ਕਾਲ ਬੈਕ ਆਏਗੀ ਜੀ ਸੈਟਲਿੰਗ ਅਬਰਾਡ ਸਕਸੈਸ ਦੇ ਵੈਲ ਟ੍ਰੇਨਡ ਸਟਾਫ ਦੇ ਵੱਲੋਂ। ਸੋ ਗੌਰਵ ਸਰ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਸੇ ਦੇ ਨਾਲ ਜੀ ਦਿਓ ਇਜਾਜ਼ਤ, ਨੈਕਸਟ ਟਾਈਮ ਫਿਰ ਮੁਲਾਕਾਤ ਕਰਦੇ ਹਾਂ। ਦੇਸ਼ ਪਰਦੇਸ ਲਾਈਵ ਪ੍ਰੋਗਰਾਮ ਵੇਖਦੇ ਰਿਹਾ ਕਰੋ, ਤੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਜੀ ਆਪਣਾ ਜਿਹੜਾ ਇਨਟੇਕ ਹੈ ਉਹਨੂੰ ਹੱਥੋਂ ਮਿਸ ਬਿਲਕੁਲ ਨਹੀਂ ਕਰਨਾ। 12ਵੀਂ ਪਾਸ ਆਊਟ ਹੋ ਜਲਦੀ ਦੇ ਨਾਲ ਆਪਣੀ ਪ੍ਰੋਫਾਈਲ ਜਿਹੜੀ ਹੈਗੀ ਨਾ ਡਿਸਕਸ ਕਰ ਲਿਆ ਕਰੋ, ਤੇ ਓਪਰਚੁਨਿਟੀਜ਼ ਜਿਹੜੀਆਂ ਨੇ ਨਾ ਉਹਨਾਂ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਧੰਨਵਾਦ।